ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲਾਹੌਰ ਦੇ ਵਿੱਚ ਅੱਜ ਬੜੇ ਇੱਕ ਜੰਗ ਦੀ ਕੈਫੀਅਤ ਸੀ ਔਰ ਲਾਹੌਰ ਦੇ ਮਰਕਜ਼ੀ ਜਿਹੜੇ ਮਕਾਮਾਤ ਸਨ, ਲਾਹੌਰ ਹਾਈ ਕੋਰਟ ਦੇ ਇਰਦ ਗਿਰਦ ਦੇ, ਉੱਥੇ ਵਕਲਾ ਅਤੇ ਪੁਲਿਸ ਦੇ ਦਰਮਿਆਨ ਖਾਸੀ ਝੜਪਾਂ ਸ਼ਦੀਦ ਹੁੰਦੀਆਂ ਰਹੀਆਂ ਔਰ ਉਹਨਾਂ ਝੜਪਾਂ ਦੇ ਵਿੱਚ 50 ਦੇ ਕਰੀਬ ਜਿਹੜੇ ਵਕਲਾ ਨੇ ਉਹ ਜ਼ਖਮੀ ਨੇ ਔਰ ਮੁਖਤਲਿਫ ਹਸਪਤਾਲਾਂ ਦੇ ਵਿੱਚ ਪਏ ਨੇ। ਪੁਲਿਸ ਦਾ ਕਲੇਮ ਹੈਗਾ ਵੇ ਕਿ ਕੋਈ 10-12 ਪੁਲਿਸ ਦੇ ਅਹਿਲਕਾਰ ਜਿਹੜੇ ਨੇ, ਜਿਨ੍ਹਾਂ 'ਚ ਇੱਕ SP ਨੇ, ਉਹ ਵੀ ਜ਼ਖਮੀ ਹੋਏ ਨੇ। ਮਾਮੂਲੀ ਕਹਿ ਲਓ ਲੇਕਿਨ ਬਹਰਹਾਲ ਮਜਰੂਹ ਹੋਏ। ਅਤੇ ਇਹਦੇ ਹਵਾਲੇ ਨਾਲ ਗੱਲ ਕਰਾਂਗੇ ਔਰ ਇਹ ਗੱਲ ਦਾ ਆਗਾਜ਼ ਇੱਥੋਂ ਕਰਾਂਗੇ ਕਿ ਯਕਾ-ਯਕ ਸਾਨੂੰ ਇਹ ਲੱਗਣ ਲੱਗ ਪਿਆ ਕਿ ਇਦਾਰੇ, ਤਨਜ਼ੀਮਾਂ, ਇਹ ਸਾਰੇ ਇੱਕ ਦੂਸਰੇ ਦੇ ਨਾਲ ਲੜਨ ਲੱਗ ਪਏ ਨੇ। ਆਇਨ ਅਤੇ ਕਾਨੂੰਨ ਦੀ ਸ਼ਾਇਦ ਜਿਹੜੀ ਬਾਲਾਦਸਤੀ ਜਾਂ ਜਿਹੜਾ ਇਹਨਾਂ ਦੇ ਤੈਅਸ਼ੁਦਾ ਰੋਲ ਹੈਗੇ ਨੇ, ਇਹ ਉਹਦੇ ਵਿੱਚ ਰਹਿ ਕੇ ਨਹੀਂ ਕਰਨਾ ਚਾਹ ਰਹੇ। ਅਤੇ ਉਹ ਜਦੋਂ ਰੋਲ ਅਦਾ ਨਹੀਂ ਕਰਨਾ ਚਾਹਦੇ ਅਤੇ ਫਿਰ ਕਿਸੇ ਨਾ ਕਿਸੇ ਦਾ ਆਰਡਰ ਹੁੰਦਾ, ਉਹ ਆਰਡਰ ਜਿਹੜਾ ਹੈ ਉਹਦੇ ਵਿੱਚ ਖਵਾਹਿਸ਼ਾਤ ਸ਼ਾਮਿਲ ਹੁੰਦੀਆਂ ਨੇ, ਕਾਨੂੰਨ ਨਹੀਂ ਹੁੰਦਾ। ਇਹ ਹੁੰਦਾ ਹੈ ਕਿ ਮੁਖਾਲਫ ਨੂੰ ਕ੍ਰਸ਼ ਕਰ ਦਿਓ ਜਾਂ ਜਿਹੜਾ ਮੁਜ਼ਾਹਮਤ ਕਰ ਰਿਹਾ ਉਹਨੂੰ ਕ੍ਰਸ਼ ਕਰ ਦਿਓ, ਸਖਤੀ ਕਰੋ। ਅਤੇ ਇਸ ਸਖਤੀ ਦਾ ਨਤੀਜਾ ਇਹ ਨਿਕਲਦਾ ਹੈ ਕਿ ਦੂਸਰਾ ਫਰੀਕ ਜਿਹੜਾ ਹੈ ਉਹਦੀ ਮੁਜ਼ਾਹਮਤ ਜਿਹੜੀ ਪਹਿਲੇ ਪੁਰਅਮਨ ਹੁੰਦੀ, ਉਹ ਬਾਅਦ 'ਚ ਪੁਰਤਸ਼ੱਦਦ ਹੋ ਜਾਂਦੀ। ਇਹ ਮਾਮਲਾ ਹੈਗਾ ਕੀ? ਪੁਲਿਸ ਔਰ ਵਕਲਾ ਦੇ ਦਰਮਿਆਨ ਝਗੜਾ ਕੀ ਹੈ? ਝਗੜਾ ਇਹ ਵੇ ਕਿ ਪਿਛਲੇ ਸਾਲ ਲਾਹੌਰ ਹਾਈ ਕੋਰਟ ਨੇ ਇੱਕ ਨੋਟੀਫਿਕੇਸ਼ਨ ਕੀਤਾ ਔਰ ਉਸ ਨੋਟੀਫਿਕੇਸ਼ਨ ਦੇ ਮੁਤਾਬਕ ਜਿਹੜੀਆਂ ਅਦਾਲਤਾਂ ਸਨ ਕੁਝ, ਉਹਨਾਂ ਨੂੰ ਮਾਡਲ ਟਾਊਨ ਕੋਰਟਸ ਦੇ ਵਿੱਚ ਮੁੰਤਕਲ ਕੀਤਾ ਗਿਆ। ਫਿਰ ਜਿਹੜੇ ਦੂਸਰੀਆਂ ਲਾਹੌਰ ਦੀਆਂ ਅਦਾਲਤਾਂ ਨੇ ਕੁਝ ਉੱਥੇ ਵੀ ਸ਼ਿਫਟ ਕੀਤੀਆਂ ਗਈਆਂ, ਵੱਡੀਆਂ ਅਦਾਲਤਾਂ। ਵਕਲਾ ਦਾ ਇਤਰਾਜ਼ ਇਹ ਸੀ ਕਿ ਉਹਨਾਂ ਨਾਲ ਇਸ ਮਾਮਲੇ 'ਤੇ ਮੁਸ਼ਾਵਰਤ ਨਹੀਂ ਕੀਤੀ ਗਈ ਔਰ ਇਹਦਾ ਉਹਨਾਂ ਦੇ ਨਜ਼ਦੀਕ ਜਿਹੜੇ ਮੁਜ਼ਰ ਅਸਰਾਤ ਨੇ ਉਹ ਕੀ ਨੇ? ਉਹ ਕਹਿੰਦੇ ਨੇ ਕਿ ਫਰਜ਼ ਕੀਤਾ ਲਾਹੌਰ ਦਾ ਜਿਹੜਾ ਇਲਾਕਾ ਜੌਹਰ ਟਾਊਨ, ਇੱਥੇ ਅਗਰ ਕੋਈ ਜੁਰਮ ਹੁੰਦਾ ਹੈ ਔਰ ਉਹਦਾ ਮੁਕੱਦਮਾ ਦਰਜ ਹੁੰਦਾ ਹੈ ਅਤੇ ਉਹਨਾਂ ਨੂੰ ਰਾਏਵਿੰਡ ਜਿਹੜੀ ਅਦਾਲਤ ਬਣੀ ਹੈ ਉੱਥੇ ਜਾਣਾ ਪਏਗਾ। ਅੱਛਾ, ਹੁਣ ਜੌਹਰ ਟਾਊਨ ਤੋਂ ਰਾਏਵਿੰਡ ਬਹਰਹਾਲ ਇੱਕ ਖਾਸਾ ਫਾਸਲਾ। ਇਸੇ ਤਰ੍ਹਾਂ ਜਿਹੜੇ ਲਾਹੌਰ ਦੇ ਪਰਲੇ ਪਾਸੇ ਦੇ ਇਲਾਕੇ ਨੇ ਉਹਨਾਂ ਨੂੰ ਆਉਣਾ ਪਏਗਾ ਮਾਡਲ ਟਾਊਨ, ਉਹਨਾਂ ਵਾਸਤੇ ਉਹ ਦਿੱਕਤ ਹੈਗੀ। ਫਿਰ ਇੱਕ ਬਣਿਆ ਬਣਾਇਆ ਸਿਸਟਮ ਹੁੰਦਾ ਹੈ ਹਰ ਜਗ੍ਹਾ ਦੇ ਉੱਤੇ। ਇਹ ਵਕਲਾ ਦੀ ਮੈਂ ਤੁਹਾਨੂੰ ਗੱਲਾਂ ਦੱਸਣੀਆਂ ਜਿਹੜੇ ਉਹਨਾਂ ਦੇ ਇਤਰਾਜ਼ ਨੇ। ਇੱਕ ਜਗ੍ਹਾ 'ਤੇ ਇੱਕ ਬਣਿਆ ਬਣਾਇਆ ਸਿਸਟਮ ਹੁੰਦਾ ਹੈ, ਲੋਕ ਹੁੰਦੇ ਨੇ, ਉਹ ਸਹੂਲੀਅਤ ਹੁੰਦੀਆਂ ਨੇ, ਨਿਜ਼ਾਮ ਪੂਰਾ ਉਸ ਤਰ੍ਹਾਂ ਕੰਮ ਕਰ ਰਿਹਾ ਹੁੰਦਾ ਹੈ, ਬਹਿਣ ਉੱਠਣ ਦੀ ਜਗ੍ਹਾ ਹੁੰਦੀ ਹੈ, ਦਫ਼ਤਰ ਹੁੰਦੇ ਨੇ, ਇਹ ਸਾਰਾ ਕੁਝ ਹੁੰਦਾ ਹੈ। ਵਕਲਾ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਅਦਾਲਤਾਂ 'ਚ ਜਿਹੜੇ ਇਲਾਕਿਆਂ 'ਚ ਸ਼ਿਫਟ ਕੀਤੀਆਂ ਜਾ ਰਹੀਆਂ ਨੇ ਨਵੀਆਂ ਅਦਾਲਤਾਂ, ਉੱਥੇ ਪ੍ਰੋਪਰ ਇੰਤਜ਼ਾਮ ਹੀ ਨਹੀਂ ਹੈਗਾ। ਫਰਜ਼ ਕੀਤਾ ਕਿ ਮਾਡਲ ਟਾਊਨ ਆ ਜਾਏ ਤਾਂ ਮਾਡਲ ਟਾਊਨ ਤਾਂ ਵਕਲਾ ਦੇ ਵਾਸਤੇ ਬਹਿਣ ਦੀ ਜਗ੍ਹਾ ਨਹੀਂ ਹੈਗੀ, ਚੈਂਬਰ ਨਹੀਂ ਹੈਗੇ, ਇੱਥੇ ਪਾਰਕਿੰਗ ਦਾ ਇਸ਼ੂ ਹੈਗਾ ਵੀ, ਅਤੇ ਉਹ ਕਿੱਥੇ ਬਹਿਣਗੇ? ਇੱਥੇ ਦਾ ਜਿਹੜਾ ਬਾਹਰ ਦਾ ਜਿਹੜਾ ਹਾਲ ਹੈ ਜਾਂ ਜਿੱਥੇ ਆ ਕੇ ਗੈਸਟ ਜਾਂ ਦੂਸਰੇ ਇਲਾਕਿਆਂ 'ਚੋਂ ਆ ਕੇ ਵਕੀਲ ਸਾਹਿਬਾਨ ਇੱਥੇ ਬਹਿਣਗੇ, ਉਹਨਾਂ ਵਾਸਤੇ ਜਗ੍ਹਾ ਨਹੀਂ ਹੈਗੀ। ਅੱਛਾ, ਇਹ ਸਾਰਾ ਕੁਝ ਕੀਤੇ ਬਗੈਰ ਜਦੋਂ ਤੁਸੀਂ ਕਰੋਗੇ ਤਾਂ ਰੈਜ਼ਿਸਟੈਂਸ ਆਏਗੀ। ਹੁਣ ਲੋਕਾਂ ਦੀ ਜਿਹੜੀ ਆਮ ਕਲਾਇੰਟਸ ਦੀ ਹਾਲਤ ਹੈ, ਉਹ ਜ਼ਿਆਦਾ ਫੀਸ ਵੀ ਨਹੀਂ ਦੇ ਸਕਦੇ ਅਤੇ ਉਹਨਾਂ ਦੀ ਘੱਟ ਫੀਸ ਦੇ ਵਕਲਾ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਕੋਲ ਪੈਸੇ ਅੱਗੇ ਥੋੜ੍ਹੇ ਲੈਣ ਡਏ ਅਤੇ ਸਾਰਾ ਦਿਨ ਅਸੀਂ ਸੜਕਾਂ 'ਤੇ ਰਵਾਂਗੇ, ਇੱਕ ਅਦਾਲਤ ਤੋਂ ਦੂਸਰੀ ਅਦਾਲਤ 'ਚੋਂ ਤੀਸਰੀ ਅਦਾਲਤ 'ਚ, ਅਤੇ ਸਾਡੇ ਵਾਸਤੇ ਮੁਸ਼ਕਲਾਤ ਪੈਦਾ ਹੋਈ। ਅੱਛਾ, ਇਹਦੇ ਵਾਸਤੇ ਪਿਛਲੀ ਦਫਾ ਜਦੋਂ 73 ਦਿਨ ਤੱਕ ਹੜਤਾਲ ਹੋਈ ਲਾਹੌਰ ਦੇ ਵਿੱਚ, ਔਰ ਜ਼ਾਹਿਰ ਹੈ ਉਸ ਹੜਤਾਲ ਦਾ ਸਭ ਨਾਲੋਂ ਜ਼ਿਆਦਾ ਜਿਹੜੇ ਲੋਕ ਮੁਤਾਸਰ ਹੋਏ ਉਹ ਨੇ ਜਿਹੜੇ ਮਾਮੂਲੀ ਜਾਂ ਜ਼ਿਆਦਾ ਸੰਗੀਨ ਮਾਮਲਾਤ ਦੇ ਵਿੱਚ ਜੇਲ੍ਹਾਂ 'ਚ ਸਨ, ਜਿਨ੍ਹਾਂ ਦੀ ਜ਼ਮਾਨਤਾਂ ਹੋ ਸਕਦੀਆਂ ਸੀ, ਨਹੀਂ ਹੋ ਰਹੀਆਂ ਸੀ ਕਿਉਂਕਿ ਅਦਾਲਤਾਂ ਹੀ ਨਹੀਂ ਸੀ ਲੱਗਣ ਡਈਆਂ, ਵਕੀਲ ਪੇਸ਼ ਨਹੀਂ ਸੀ ਹੁੰਦੇ, ਹੜਤਾਲਾਂ ਚੱਲਣ ਡਈਆਂ ਸੀ। ਅਤੇ ਕਈ ਲੋਕ ਤਾਂ ਐਵੇਂ ਛੋਟੇ ਛੋਟੇ ਮਾਮਲਾਤ ਦੇ ਵਿੱਚ ਵੀ ਇੰਨੇ ਅਰਸੇ ਦੇ ਅੰਦਰ ਰਹੇ ਅਤੇ ਨੁਕਸਾਨ ਹੋਇਆ ਲੋਕਾਂ ਦਾ ਬਹੁਤ। ਫਿਰ ਵਕਲਾ ਨੇ ਇੱਕ ਖੈਰ ਸਗਾਲੀ ਦੇ ਜਜ਼ਬੇ ਦੇ ਤਹਿਤ ਉਹਨਾਂ ਨੇ ਕਿਹਾ ਕਿ ਅਸੀਂ ਹੜਤਾਲ ਖ਼ਤਮ ਕਰਨੇ, ਪਰ ਇਹਦੇ ਵਾਸਤੇ ਤੁਸੀਂ ਸਾਡੇ ਨਾਲ ਗੱਲ ਕਰੋ। ਵਾਅਦਾ ਕੀਤਾ ਗਿਆ ਕਿ ਜਨਾਬ ਨਜ਼ਰਸਾਨੀ ਕਰਨੀ। ਚਲੋ, ਇੰਨੀ ਦੇਰ ਦੇ ਵਿੱਚ ਲਾਹੌਰ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਸਨ ਉਹ ਤਬਦੀਲ ਹੋ ਗਏ, ਪਹਿਲੇ ਵਾਲੇ ਰਿਟਾਇਰ ਹੋ ਗਏ, ਨਵੇਂ ਚੀਫ ਜਸਟਿਸ ਆ ਗਏ। ਹੁਣ ਲੋਕਾਂ ਨੂੰ ਜਾਂ ਵਕਲਾਂ ਨੂੰ ਉਮੀਦ ਸੀ ਕਿ ਇਹਨਾਂ ਦੇ ਆਉਣ ਤੋਂ ਬਾਅਦ ਇਹ ਸ਼ਾਇਦ ਨੋਟੀਫਿਕੇਸ਼ਨ ਵੀ ਬਦਲ ਜਾਵੇ ਜਾਂ ਵਾਪਸ ਲੈ ਲਿਆ ਜਾਵੇ। ਉਹ ਨਹੀਂ ਹੋਇਆ।
ਔਰ ਇਹਨਾਂ ਨੇ ਉਸੇ ਤਰ੍ਹਾਂ ਜਦ ਆਰਡਰ ਰੱਖੇ ਤੇ ਪਹਿਲੇ ਤਾਂ ਮੇਰੇ ਖਿਆਲ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਤੱਕ ਪੈਗਾਮ ਪਹੁੰਚਾਉਂਦੇ ਰਹੇ ਕਿ ਇਹ ਤੁਸੀਂ ਵਾਪਸ ਲੈ ਲਵੋ, ਨਹੀਂ ਹੋਇਆ। ਫਿਰ ਵਕਲਾ ਨੇ ਇਹ ਵਾਲਾ ਇਕਰਾਰ ਕੀਤਾ। ਅੱਛਾ, ਇਹਦੇ ਵਿੱਚ ਜਦੋਂ ਇੱਕ ਇਜਲਾਸ ਰੱਖਿਆ ਗਿਆ ਲਾਹੌਰ ਹਾਈ ਕੋਰਟ ਦੇ ਵਿੱਚ, ਤੇ ਵਕਲਾ ਜਿਹੜੇ ਸਨ ਸਿਵਲ ਅਦਾਲਤ ਤੋਂ ਜਾ ਰਹੇ ਸਨ ਲਾਹੌਰ ਹਾਈ ਕੋਰਟ ਦੇ ਵਿੱਚ ਉਸ ਇਜਲਾਸ 'ਚ ਸ਼ਿਰਕਤ ਵਾਸਤੇ, ਰੈਲੀ ਦੀ ਸ਼ਕਲ 'ਚ ਜਾ ਰਹੇ ਸਨ ਔਰ ਪੁਰਅਮਨ ਸੀ ਉਹਨਾਂ ਦਾ ਜਿਹੜਾ ਜਲੂਸ ਸੀ। ਤੇ ਜਦੋਂ ਉਹਨਾਂ ਨੇ ਹਾਈ ਕੋਰਟ ਦੀ ਬਿਲਡਿੰਗ ਦੇ ਅੰਦਰ ਜਾਣ ਦਾ ਇਰਾਦਾ ਕੀਤਾ, ਉੱਥੇ ਪਹੁੰਚੇ ਤੇ ਗੇਟ ਬੰਦ ਕਰ ਦਿੱਤਾ ਗਿਆ ਔਰ ਪੁਲਿਸ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਜ਼ਾਹਿਰ ਹੈ ਹੁਕਮ ਤਾਂ ਹੈਗਾ ਸੀ ਕਿਸੇ ਨੂੰ, ਤੇ ਪੁਲਿਸ ਨੂੰ ਜਦੋਂ ਰੋਕਿਆ ਗਿਆ ਤੇ ਉਦੋਂ ਵਕਲਾ ਨੇ ਫਿਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਹੁਣ ਪਿੱਛੇ ਜਿਹੜੇ ਫੈਸਲੇ ਹੁੰਦੇ ਰਹੇ, ਉਹਨਾਂ ਫੈਸਲਿਆਂ ਦੇ ਜਿਹੜੀ ਅਮਲੀ ਸ਼ਕਲ ਅੱਗੇ ਬਣੀ ਫੋਰਸ, ਉਹ ਬਣੀ ਇੱਕ ਵਕੀਲ ਔਰ ਦੂਸਰੇ ਪੁਲਿਸ, ਤੇ ਦੋਵਾਂ ਦੇ ਦਰਮਿਆਨ ਉਹ ਟਕਰਾਓ ਆ ਗਿਆ। ਇਹ ਟਕਰਾਓ ਕੀ ਹੁੰਦਾ ਹੈ? ਗਲਤ ਫੈਸਲੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਇਨਸਾਨੀ ਗਰੋਹ ਦੀ ਐਕਟੀਵਿਟੀ ਦੀ ਸ਼ਕਲ ਇਖਤਿਆਰ ਕਰ ਜਾਂਦੇ ਨੇ, ਤੇ ਇੱਥੇ ਵੀ ਸ਼ਾਇਦ ਇੰਝ ਹੀ ਹੋਇਆ ਕਿ ਉਹ ਐਕਟੀਵਿਟੀ ਜਦੋਂ ਬਣੀ ਤੇ ਦੋ ਕਮਿਊਨਿਟੀ ਜਾਂ ਦੋ ਇਦਾਰੇ, ਜ਼ਾਹਿਰ ਹੈ ਵਕੀਲ ਜਿਹੜੇ ਨੇ ਉਹ ਵੀ ਇੱਕ ਇਦਾਰਾ ਨੇ, ਤੇ ਉਹਨਾਂ ਦੇ ਦਰਮਿਆਨ ਇਹ ਇੱਕ ਲੜਾਈ ਹੋ ਗਈ ਔਰ ਉਹਦੇ ਵਿੱਚ ਜਨਾਬ ਫਿਰ ਪੁਲਿਸ ਨੇ ਵਾਟਰ ਕੈਨਨ ਇਸਤੇਮਾਲ ਕੀਤਾ, ਸ਼ੈਲਿੰਗ ਕੀਤੀ, ਸ਼ਾਇਦ ਕਿਤੇ ਲਾਠੀ ਚਾਰਜ ਵੀ ਕੀਤਾ ਔਰ ਗੁੱਥਮ ਗੁੱਥਾ ਵੀ ਲੜਾਈ। ਉਹਦੇ ਨਾਲ ਕਾਫੀ ਨੁਕਸਾਨ ਹੋਇਆ ਔਰ ਇਹ ਨੁਕਸਾਨ ਸਿਰਫ ਇੰਨਾ ਨਹੀਂ ਹੈਗਾ ਕਿ ਉਹਨਾਂ ਦੇ ਸਿਰ ਪਾਟੇ ਜਾਂ ਉਹ ਮਜਰੂਹ ਹੋਏ ਜਾਂ ਉਹ ਡਿੱਗੇ ਕਿਤੇ ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਦੇ ਤਸ਼ੱਦਦ ਹੋਇਆ। ਇਹ ਨੁਕਸਾਨ ਕੌਮੀ ਸਤ੍ਹਾ ਦੇ ਉੱਤੇ ਮਹਿਸੂਸ ਕੀਤਾ ਜਾਣਾ ਚਾਹੀਦਾ। ਅਸੀਂ 4-5 ਦਿਨ ਤੋਂ ਵੇਖਣ ਰਹੇ ਹਾਂ। ਮੈਂ ਇੱਕ ਹੋਰ ਹਵਾਲੇ ਨਾਲ ਖਬਰ ਨੂੰ ਡਿਸਕਸ ਕਰਕੇ ਤੇ ਫਿਰ ਇੱਧਰ ਜੋੜਨਾ ਵਾ ਤੁਹਾਨੂੰ ਨਾਲ। ਅਸੀਂ ਬਾਵਲ ਨਗਰ ਵਾਲਾ ਵਾਕਿਆ ਵੇਖਿਆ ਸੀ, ਜਿੱਥੇ ਪੁਲਿਸ ਅਹਿਲਕਾਰਾਂ ਦੇ ਉੱਤੇ ਤਸ਼ੱਦਦ ਹੋਇਆ। ਫਿਰ ਅਸੀਂ ਵੇਖਿਆ ਖਾਰੀਆਂ ਦੇ ਵਿੱਚ ਤਸ਼ੱਦਦ ਹੋਇਆ। ਫਿਰ ਅਸੀਂ ਬਹਾਵਲਪੁਰ ਵੇਖਿਆ, ਉੱਥੇ ਵੀ ਇਹ ਜਿਹੜਿਆਂ ਨੇ ਤਸ਼ੱਦਦ ਕੀਤਾ ਜਿਵੇਂ ਖਾਰੀਆਂ 'ਚ ਕੀਤਾ ਸੀ। ਤੇ ਅੱਜ ਜਦੋਂ ਇੱਕ ਪਾਸੇ ਲਾਹੌਰ ਹਾਈ ਕੋਰਟ ਦੇ ਸਾਹਮਣੇ ਪੁਲਿਸ ਔਰ ਵਕਲਾ ਦੇ ਦਰਮਿਆਨ ਇੱਕ ਤਸਾਦਮ ਸੀ, ਤੇ ਦੂਸਰੇ ਪਾਸੇ ਇਹ ਵੀ ਇੱਕ ਵੀਡੀਓ ਆਈ ਕਿ ਲਾਹੌਰ ਡਿਫੈਂਸ ਦੇ ਵਿੱਚ ਅੱਜ ਫਿਰ ਇਹ ਜਿਹੜੇ ਸਨ ਉਹਨਾਂ ਪੁਲਿਸ ਦੇ ਉੱਤੇ ਹਮਲਾ ਕੀਤਾ ਜਾਂ ਪੁਲਿਸ ਦਾ ਘਿਰਾਓ ਕੀਤਾ। ਇਹ ਆਮ ਤੌਰ ਤੇ ਕਮਜ਼ੋਰ ਤੇ ਨਮਾਨੀ ਜੀ ਕਮਿਊਨਿਟੀ ਸ਼ੁਮਾਰ ਹੁੰਦੀ ਹੈ ਜਿਹੜੇ ਇਹ ਇੰਜ ਕਿਉਂ ਕਰਨ ਡਏ ਨੇ ਔਰ ਲੋਕਾਂ ਦਾ ਰਵੱਈਆ ਪੁਲਿਸ ਦੇ ਨਾਲ ਹਮਦਰਦਾਨਾ ਕਿਉਂ ਨਹੀਂ ਹੋਣ ਡਿਆ? ਇਹ ਸੋਚਣ ਦੀ ਗੱਲ ਹੈ। ਇਹਦੀ ਵਜ੍ਹਾ ਮੇਰੀ ਜਿਹੜੀ ਸਮਝ 'ਚ ਆਉਂਦੀ ਹੈ, ਹਰ ਬੰਦੇ ਕੋਲ ਕੋਈ ਨਾ ਕੋਈ ਜਵਾਜ਼ ਹੋਏਗਾ, ਪੁਲਿਸ ਕੋਲ ਵੀ ਜਵਾਜ਼ ਹੋਏਗਾ, ਪੁਲਿਸ ਨੂੰ ਜਿਹੜੇ ਚਲਾਣ ਡਏ ਨੇ ਉਹਨਾਂ ਕੋਲ ਵੀ ਜਵਾਜ਼ ਹੋਏਗਾ, ਹਕੂਮਤ ਤਾਂ ਪਹਿਲੇ ਹੀ ਬਹੁਤ ਸਾਰੇ ਜਵਾਜ਼ ਘੱਟ ਕੇ ਬੈਠੀ ਹੁੰਦੀ। ਪਰ ਜਿਹੜਾ ਮੈਂ ਸਮਝਿਆ ਵਾ ਕਿ ਪੁਲਿਸ ਦਾ ਕੰਮ ਬੁਨਿਆਦੀ ਤੌਰ ਤੇ ਜਿਹੜਾ ਹੈਗਾ ਸੀ ਉਹ ਕੰਮ ਉਹਦੇ ਕੋਲੋਂ ਨਹੀਂ ਲਿਆ ਜਾ ਰਿਹਾ। ਪੁਲਿਸ ਨੂੰ ਖਾਸ ਤੌਰ ਤੇ ਪੰਜਾਬ ਪੁਲਿਸ ਨੂੰ ਪਿਛਲੇ ਕੁਝ ਅਰਸੇ ਤੋਂ ਇਹੋ ਹੀ ਸਿਖਾਇਆ ਗਿਆ ਵੇ ਕਿ ਜਿਹੜਾ ਵੀ ਮਸਲਾ ਹੋਵੇ ਉਹਦਾ ਹੱਲ ਤਸ਼ੱਦਦ ਹੈ, ਮਾਰ ਕੁਟਾਈ ਹੈ। ਉਹ ਜਦੋਂ ਕਿਸੇ ਆਮ ਬੰਦੇ ਨੂੰ ਮਾਮੂਲੀ ਜਿਹਾ ਜੁਰਮ ਹੁੰਦਾ, ਉਹਦੇ ਘਰ ਵੀ ਕੰਧਾਂ ਟੱਪ ਕੇ ਚਲੇ ਜਾਂਦੇ ਨੇ, ਗਾਲੀ ਗਲੋਚ ਕਰਦੇ ਨੇ, ਥੱਪੜ ਮਾਰਦੇ ਨੇ। ਤਸ਼ੱਦਦ ਉੱਥੇ ਵੀ ਉਹਦਾ ਫੇਸ ਪੁਲਿਸ ਦਾ ਨਜ਼ਰ ਆਉਂਦਾ ਹੈ, ਸਾਨੂੰ ਮੁਹੱਜ਼ਬ ਪੁਲਿਸ ਨਜ਼ਰ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਅਸੀਂ ਵੇਖਦੇ ਹਾਂ ਕਿ ਜਦੋਂ ਪੁਲਿਸ ਦੇ ਹੱਥੇ ਕੋਈ ਬਹੁਤ ਬਾਇਜ਼ਤ ਔਰ ਪੁਰਵਕਾਰ ਸ਼ਖਸੀਅਤ ਵੀ ਹੁੰਦੀ ਤਾਂ ਪੁਲਿਸ ਦਾ ਰਵੱਈਆ ਉਹਦੇ ਨਾਲ ਵੀ ਠੀਕ ਨਹੀਂ ਹੁੰਦਾ। ਇੱਕ ਅੱਧੇ ਜਦੋਂ ਕਿਤੇ ਮਾਮਲਾ ਪੁਲਿਸ ਦੇ ਕੋਲੋਂ ਕੋਈ ਚੰਗਾ ਹੋ ਜਾਂਦਾ ਤੇ ਉਹਦੀ ਬਣਾ ਕੇ ਵੀਡੀਓ ਸਾਨੂੰ ਵਿਖਾਈਆਂ ਜਾਂਦੀਆਂ, ਤੇ 36,000 ਮਾਮਲਾਤ ਐਸੇ ਹੁੰਦੇ ਨੇ ਜਿਹੜੀਆਂ ਵੀਡੀਓਜ਼ ਨਹੀਂ ਹੁੰਦੀਆਂ ਤੇ ਪੁਲਿਸ ਨੇ ਉੱਥੇ ਲੋਕਾਂ ਨਾਲ ਮਿਸਬਿਹੇਵ ਕੀਤਾ ਹੁੰਦਾ। ਅੱਛਾ, ਇਸੇ ਤਰ੍ਹਾਂ ਹੀ ਹੁਣ ਜਿਹੜੀ ਕਮਿਊਨਿਟੀ ਦੇ ਵਿੱਚ ਰੈਜ਼ਿਸਟੈਂਸ ਦੀ ਤਾਕਤ ਹੋਵੇਗੀ ਜਾਂ ਉਹ ਇੰਤਹਾਈ ਤੰਗ ਹੋ ਜਾਏਗੀ, ਉਹ ਪੁਲਿਸ ਦੇ ਸਾਹਮਣੇ ਆਖ ਲਵੇਗੀ। ਤੇ ਜਨਾਬ ਇਹ ਅਸੀਂ ਦਾਖਲੀ ਤੌਰ ਤੇ ਇਹਨੂੰ ਕਹਿ ਲਵੋ ਕਿ ਇਬਤਦਾਈ ਸ਼ਕਲ ਹੈ ਖਾਨਾ ਜੰਗੀ ਦੀ, ਕੋਈ ਇਹਨੂੰ ਸਮਝੇ ਨਾ ਸਮਝੇ, ਇਹ ਖਾਨਾ ਜੰਗੀ ਦੀ ਇਬਤਦਾਈ ਸ਼ਕਲ ਹੈ ਕਿ ਇਦਾਰੇ ਆਪਣਾ ਕੰਮ ਨਹੀਂ ਕਰ ਰਹੇ, ਜਿਹੜੇ ਗਰੁੱਪ ਨੇ, ਤਨਜ਼ੀਮਾਂ ਨੇ, ਮੁਨਜ਼ਮ, ਉਹ ਆਪਣਾ ਕੰਮ ਨਹੀਂ ਕਰਨ ਰਹੀਆਂ ਤੇ ਸਾਰੀਆਂ ਕਿਸੇ ਹੋਰ ਤਰ੍ਹਾਂ ਦੇ ਮੁਫਾਦਾਤ ਦੇ ਚੱਕਰ 'ਚ ਪਈਆਂ ਨੇ। ਤੇ ਇਹਦੀ ਵਜ੍ਹਾ ਨਾਲ
ਸਾਡੇ ਮਸਾਇਲ ਜਿਹੜੇ ਨੇ ਉਹ ਵੱਧ ਗਏ ਨੇ। ਹੁਣ ਇਹ ਵਕਲਾ ਦੇ ਨਾਲ ਜੋ ਕੁਝ ਹੋਇਆ, ਇਹਦੇ ਨਤੀਜੇ ਚੇਂਜ ਹੋਇਆ ਕਿ ਲਾਹੌਰ ਬਾਰ ਐਸੋਸੀਏਸ਼ਨ ਦੀ ਕਿਆਦਤ, ਲਾਹੌਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਿਆਦਤ, ਪੰਜਾਬ ਬਾਰ ਐਸੋਸੀਏਸ਼ਨ ਤੇ ਜਿੰਨੇ ਬਾਕੀ ਵਕਲਾ ਗਰੁੱਪ ਨੇ, ਉਹਨਾਂ ਸਭ ਦੀ ਕਿਆਦਤ ਨੇ ਗ੍ਰਿਫਤਾਰੀਆਂ ਦਿੱਤੀਆਂ ਨੇ। ਔਰ ਇਹ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਪਾਕਿਸਤਾਨ ਬਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਦਿਨ ਸਟ੍ਰਾਈਕ ਹੋਵੇਗੀ। ਯਾਨੀ ਪਾਕਿਸਤਾਨ ਦੀ ਸਤ੍ਹਾ 'ਤੇ ਤਾਂ ਗੱਲ ਚਲੇਗੀ, ਜਿਹੜਾ ਮਾਮਲਾ ਲਾਹੌਰ 'ਤੇ ਹੱਲ ਹੋ ਸਕਦਾ ਸੀ ਉਹ ਥੋੜ੍ਹੀ ਜਿਹੀ ਮਿਸਹੈਂਡਲਿੰਗ ਦੇ ਨਾਲ ਉਹ ਪਾਕਿਸਤਾਨ ਦੀ ਸਤ੍ਹਾ 'ਤੇ ਚਲਾ ਗਿਆ। ਪੂਰੇ ਪਾਕਿਸਤਾਨ ਦੇ ਲੋਕ ਮੁਤਾਸਰ ਹੋਣਗੇ, ਪੂਰੇ ਪਾਕਿਸਤਾਨ ਦੇ ਵਕਲਾ ਜਿਹੜੇ ਨੇ ਉਹ ਮੁਸ਼ਤਲ ਹੋਏ। ਔਰ ਯਾਦ ਰੱਖਿਆ ਜੇ ਇਹੋ ਜਿਹੇ ਇਸ਼ਤਿਹਾਲ ਦੇ ਅੰਦਰੋਂ ਹੀ ਕੋਈ ਹੋਰ ਤਰ੍ਹਾਂ ਦਾ ਰੱਦ ਅਮਲ ਵੀ ਆ ਜਾਂਦਾ ਸੀ। ਔਰ ਕੋਈ ਪਤਾ ਨਹੀਂ ਲੱਗਦਾ ਜਦੋਂ ਲੋਕ ਭਰੇ ਹੋਣ ਹਕੂਮਤ ਦੇ ਖਿਲਾਫ, ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਦੇ ਖਿਲਾਫ, ਤੇ ਫਿਰ ਉਹਨਾਂ ਨੂੰ ਇੱਕ ਛੋਟੀ ਜਿਹੀ ਚਿੰਗਾਰੀ ਚਾਹੀਦੀ ਹੁੰਦੀ, ਅੱਗ ਆਪੇ ਫੜ ਲੈਂਦੀ। ਤੇ ਹੋਸ਼ ਦੇ ਨਾਖੁਨ ਲੈਣੇ ਚਾਹੀਦੇ ਸਨ ਸਾਰੀ ਸੂਰਤ ਹਾਲ ਨੂੰ ਜਿਹੜੇ ਚਲਾ ਰਹੇ ਸਨ ਉਹਨਾਂ ਵਾਸਤੇ। ਔਰ ਵਕਲਾ ਦੇ ਨਾਲ ਇਹ ਜੋ ਬਦਸਲੂਕੀ ਹੋਈ, ਇਹ ਨਹੀਂ ਸੀ ਹੋਣੀ ਚਾਹੀਦੀ। ਨੈਗੋਸੀਏਸ਼ਨਸ ਸਾਨੂੰ ਸਿੱਖਣਾ ਚਾਹੀਦਾ। ਜਿੱਡੀ ਵੱਡੀ ਜ਼ਿੰਮੇਵਾਰੀ 'ਤੇ ਅਸੀਂ ਆਵਾਂਗੇ ਨਾ, ਸਾਡੇ ਅੰਦਰ ਉਹ ਸਕਿੱਲ ਜ਼ਿਆਦਾ ਹੋਣੀ ਚਾਹੀਦੀ। ਤੇ ਜੇ ਅਸੀਂ ਉਹ ਸਕਿੱਲ ਨਹੀਂ ਸਿੱਖਦੇ, ਆਪਣੀ ਜ਼ਿੰਮੇਵਾਰੀਆਂ ਨਾਲ ਇਨਸਾਫ ਨਹੀਂ ਕਰਦੇ, ਤੇ ਮੇਰੇ ਖਿਆਲ ਹੈ ਕਿ ਪਾਕਿਸਤਾਨ ਵਾਸਤੇ ਸਾਨੂੰ ਮੁਸ਼ਕਲਾਂ ਵੀ ਪੈਦਾ ਕਰਨੀਆਂ ਚਾਹੀਦੀਆਂ। ਜਿਉਂਦੇ ਰਹੋ, ਵਸਦੇ ਰਹੋ ਤੇ ਦੁਆ ਕਰਦੇ ਰਹੋ ਕਿ ਇਸ ਮੁਲਕ ਦੇ ਵਿੱਚ ਇੰਤਸ਼ਾਰ ਨਾ ਵਧੇ ਔਰ ਪੁਰਅਮਨ ਰਵੇ, ਔਰ ਸਾਰੇ ਆਪਣੇ ਆਪਣੇ ਦਾਇਰਾ ਕਾਰ ਦੇ ਅੰਦਰ ਰਹਿ ਕੇ ਆਪਣਾ ਕੰਮ ਕਰਨ।